ਹੈਲੋ ਸਟੂਡੈਂਟਸ। ਹੁਣ ਬੇਟਾ ਆਪਾਂ ਗੱਲ ਕਰਦੇ ਹਾਂ ਜਿਹੜੀ ਤੁਹਾਡੀ ਐਕਸਰਸਾਈਜ਼ ਆ ਟਰਾਂਸਪੋਰਟੇਸ਼ਨ ਇਨ ਐਨੀਮਲ ਐਂਡ ਪਲਾਂਟਸ। ਇਹਦੇ ਵਿੱਚ ਇਹਦੀ ਬੇਟਾ ਜਿਹੜੀ ਐਕਸਰਸਾਈਜ਼ ਆ ਉਹਦੇ ਵਿੱਚ ਦੇਖੋ ਕੁਐਸਚਨ ਨੰਬਰ 1 ਜਿਹੜਾ ਫਿਲ ਇਨ ਦਾ ਬਲੈਂਕਸ ਹੈ। ਤਾਂ ਇਹਦੇ ਵਿੱਚ ਇਨ ਪਲਾਂਟਸ ਵਾਟਰ ਐਂਡ ਮਿਨਰਲਸ ਆਰ ਟਰਾਂਸਪੋਰਟਡ ਬਾਏ ਜ਼ਾਇਲਮ। ਮੈਂ ਤੁਹਾਨੂੰ ਦੱਸਿਆ ਸੀ ਵਾਟਰ ਕਿਹਦੇ ਨਾਲ ਟਰਾਂਸਪੋਰਟ ਕੀਤਾ ਜਾਂਦਾ, ਜ਼ਾਇਲਮ ਦੁਆਰਾ। ਜ਼ਾਇਲਮ ਪਲਾਂਟਸ ਦੇ ਵਿੱਚ ਡਾਕਟਰ ਯੂਜ਼ ਡੈਸ਼ ਟੂ ਲਿਸਨ ਦਾ ਇੰਟਰਨਲ ਸਾਊਂਡ ਆਫ ਬੋਡੀ ਸਟੈਥੋਸਕੋਪ। ਮੇਰਾ ਡਾਕਟਰ ਜਿਹੜਾ ਡਾਕਟਰ ਦੇ ਗਲ ਦੇ ਵਿੱਚ ਪਾਇਆ ਹੁੰਦਾ ਨਾ, ਜਿਹਦੇ ਨਾਲ ਤੁਹਾਡੇ ਦਿਲ ਦੀ ਧੜਕਣ ਸੁਣਦੇ ਨੇ, ਉਹਨੂੰ ਆਪਾਂ ਸਟੈਥੋਸਕੋਪ ਬੋਲਦੇ ਹਾਂ। ਸਵੈਟ ਕੰਟੇਨਸ ਵਾਟਰ ਐਂਡ, ਹਾਂਜੀ ਇੱਕ ਚੀਜ਼ ਪਿਛਲੇ ਲੈਕਚਰ ਦੇ ਵਿੱਚ ਸਕਿਪ ਹੋ ਗਈ, ਉਹ ਇਹ ਆ ਵੀ ਆਪਣੀ ਜਿਹੜੀ ਸਕਿਨ ਆ ਨਾ, ਇਹ ਤੋਂ ਜਿਹੜਾ ਪਸੀਨਾ ਆਉਂਦਾ ਉਹ ਵੀ ਆਪਣੀ ਬੋਡੀ ਦਾ ਵੇਸਟ ਪ੍ਰੋਡਕਟ ਹੁੰਦਾ। ਉਹ ਵੀ ਆਪਣੀ ਬੋਡੀ ਦਾ ਕੀ ਹੁੰਦਾ, ਵੇਸਟ ਪ੍ਰੋਡਕਟ ਹੁੰਦਾ। ਮਤਲਬ ਆਪਣੀ ਸਕਿਨ ਵੀ ਐਕਸਕ੍ਰੀਸ਼ਨ ਦਾ ਕੰਮ ਕਰਦੀ ਆ। ਤਾਂ ਕਹਿੰਦਾ ਜਿਹੜਾ ਸਵੈਟ ਹੁੰਦਾ ਆਪਣੇ ਪਸੀਨੇ ਦੇ ਵਿੱਚ, ਸਵੈਟ ਹੁੰਦਾ, ਸਵੈਟ ਪਸੀਨਾ ਹੀ ਹੁੰਦਾ ਐਕਚੁਅਲੀ। ਸਵੈਟ ਪਸੀਨੇ ਦੇ ਵਿੱਚ ਜਿਹੜਾ ਪਾਣੀ ਹੁੰਦਾ, ਪਾਣੀ ਦੇ ਨਾਲ ਕੀ ਹੁੰਦਾ, ਲੂਣ ਹੁੰਦਾ ਬੇਟਾ, ਠੀਕ ਹੈ। ਤਾਂ ਹੀ ਨਮਕੀਨ ਹੁੰਦਾ ਪਸੀਨਾ ਜਿਹੜਾ ਹੁੰਦਾ, ਠੀਕ ਹੈ। ਅਤੇ ਉਹਦੇ ਕਰਕੇ ਹੀ ਨਾ, ਜੇ ਆਪਾਂ ਕੋਈ ਕੱਪੜੇ ਪਾਈਏ, ਕੱਪੜਿਆਂ 'ਤੇ ਕਈ ਵਾਰ ਚਿੱਟੇ ਚਿੱਟੇ ਨਿਸ਼ਾਨ ਲੱਗ ਜਾਂਦੇ ਨੇ ਜਿੱਥੇ ਆਪਣੇ ਕੱਛਾਂ 'ਚ ਪਸੀਨਾ ਆਉਂਦਾ ਜੇ, ਉਹ ਕਿਹਦੇ ਕਰਕੇ ਲੱਗਦੇ ਨੇ, ਉਹ ਸਿਰਫ ਇਹੀ ਸਾਲਟ ਕਰਕੇ ਲੱਗਦੇ ਨੇ, ਠੀਕ ਹੈ ਜੀ। ਤਾਂ ਸਵੈਟ ਕੰਟੇਨਸ ਵਾਟਰ ਐਂਡ ਸਾਲਟਸ। ਦ ਬਲੱਡ ਵੈਸਲ ਹੈਵਿੰਗ ਥਿਕ ਇਲਾਸਟਿਕ ਵਾਲਸ ਆਰ ਕਾਲਡ ਆਰਟਰੀਜ਼। ਹਾਂਜੀ, ਕਿਹੜੇ ਬਲੱਡ ਵੈਸਲ ਨੇ ਹਿਊਮਨ ਬੋਡੀ ਦੇ ਵਿੱਚ ਜਿਨ੍ਹਾਂ ਦੀਆਂ ਵਾਲਸ ਨੇ ਥਿਕ ਅਤੇ ਇਲਾਸਟਿਕ ਨੇ, ਆਰਟਰੀਜ਼ ਨੇ ਬੇਟਾ ਉਹ। ਦ ਰਿਦਮਿਕ ਕੰਟਰੈਕਸ਼ਨ ਐਂਡ ਐਕਸਪੈਂਸ਼ਨ ਆਫ ਹਾਰਟ ਇਜ਼ ਕਾਲਡ ਹਾਰਟ ਬੀਟ। ਹਾਂਜੀ, ਹਾਰਟ ਬੀਟ ਕੀ ਹੁੰਦੀ ਆ, ਹਾਰਟ ਬੀਟ ਹੁੰਦੀ ਆ ਦਿਲ ਦਾ ਧੜਕਣਾ। ਕੰਟਰੈਕਸ਼ਨ ਮਤਲਬ ਦਿਲ ਦਾ ਕੱਸਿਆ ਜਾਣਾ, ਰਿਲੈਕਸੇਸ਼ਨ ਮਤਲਬ ਦਿਲ ਦਾ ਰਿਲੈਕਸ ਹੋ ਜਾਣਾ। ਤਾਂ ਕੱਸਿਆ ਜਾਣਾ ਅਤੇ ਰਿਲੈਕਸ ਹੋ ਜਾਣ ਨਾਲ ਕੀ ਹੁੰਦਾ, ਦਿਲ ਧੜਕਦਾ ਗਾ, ਇਹਨੂੰ ਆਪਾਂ ਹਾਰਟ ਬੀਟ ਬੋਲਦੇ ਹਾਂ ਬੇਟਾ। ਨੈਕਸਟ ਬੇਟਾ ਟਰੂ ਐਂਡ ਫਾਲਸ ਦੀ ਗੱਲ ਕਰਦੇ ਹਾਂ। ਫਲੋਮ ਵੈਸਲ ਟਰਾਂਸਪੋਰਟ ਫੂਡ ਮਟੀਰੀਅਲ ਇਨ ਪਲਾਂਟਸ। ਠੀਕ ਹੈ ਬੇਟਾ, ਟਰੂ ਆ ਇਹ। ਫੂਡ ਮਟੀਰੀਅਲ ਕਿਹਦੇ ਦੁਆਰਾ ਹੁੰਦਾ, ਫਲੋਮ ਦੁਆਰਾ ਟਰਾਂਸਪੋਰਟ ਹੁੰਦਾ ਪਲਾਂਟਸ ਦੇ ਵਿੱਚ। ਡੀਆਕਸੀਜਨੇਟਡ ਬਲੱਡ ਇਜ਼ ਕੈਰੀਡ ਬੈਕ ਟੂ ਹਾਰਟ ਬਾਈ ਵੇਨਸ। ਹਾਂਜੀ, ਡੀਆਕਸੀਜਨੇਟਡ ਬਲੱਡ ਆ ਜਿਹੜਾ, ਉਹ ਕੌਣ ਕੈਰੀ ਕਰਦੀਆਂ ਨੇ, ਬੈਕ ਟੂ ਹਾਰਟ, ਵੇਨਸ ਕਰਦੀਆਂ ਨੇ। ਇਹ ਟਰੂ ਆ ਬੇਟਾ। ਦ ਵੇਨਸ ਹੈਵ ਥਿਕ ਵਾਲਸ, ਨਾ ਵੇਨਸ ਦੀਆਂ ਵਾਲ ਥਿਕ ਨਹੀਂ ਹੁੰਦੀਆਂ, ਠੀਕ ਹੈ, ਆਰਟਰੀਜ਼ ਦੀਆਂ ਹੁੰਦੀਆਂ ਨੇ। ਇਹ ਫਾਲਸ ਹੋ ਗਿਆ। ਬਲੱਡ ਪਲਾਜ਼ਮਾ ਇਜ਼ ਸੋਲਿਡ ਕੰਪੋਨੈਂਟ ਆਫ ਬਲੱਡ। ਬਲੱਡ ਪਲਾਜ਼ਮਾ ਬੇਟਾ ਸੋਲਿਡ ਕੰਪੋਨੈਂਟ ਨਹੀਂ ਹੈਗਾ, ਬਲੱਡ ਪਲਾਜ਼ਮਾ ਇਜ਼ ਦਾ ਲਿਕੁਇਡ ਕੰਪੋਨੈਂਟ। ਤਾਂ ਇਹ ਵੀ ਫਾਲਸ ਹੋ ਗਿਆ। ਦ ਰੈਡ ਕਲਰ ਆਫ ਬਲੱਡ ਇਜ਼ ਡਿਊ ਟੂ ਪ੍ਰੈਂਸ ਆਫ ਪਲਾਜ਼ਮਾ। ਨੋ, ਰੈਡ ਕਲਰ ਆਫ ਬਲੱਡ ਇਜ਼ ਡਿਊ ਟੂ ਪ੍ਰੈਂਸ ਆਫ RBC, ਰੈਡ ਬਲੱਡ ਕੈਪਸੂਲਸ, ਔਰ ਯੂ ਕੈਨ ਸੇ ਰੈਡ ਬਲੱਡ ਸੈਲਸ। ਨੈਕਸਟ ਬੇਟਾ ਮੈਚ ਦਾ ਕਾਲਮ ਦੇਖੋ। ਟਰਾਂਸਪੋਰਟ ਆਫ ਵਾਟਰ ਜ਼ਾਇਲਮ ਕਰਦਾ ਬੇਟਾ। ਰੈੱਡ ਕਲਰ ਹੀਮੋਗਲੋਬਿਨ ਕਰਕੇ ਹੁੰਦਾ, RBC ਦੇ ਉੱਤੇ ਲੱਗੇ ਹੁੰਦੇ ਨੇ ਹੀਮੋਗਲੋਬਿਨ। ਐਕਸਚੇਂਜ ਆਫ ਗੈਸ ਸਟੋਮੈਟਾ ਕਰਦਾ ਹੈਗਾ ਪਲਾਂਟਸ ਦੇ ਵਿੱਚ। ਬਲੱਡ ਕਲੌਟਿੰਗ ਪਲੇਟਲੈਟਸ ਕਰਕੇ ਹੁੰਦੀ ਆ ਦੇਖੋ ਬੇਟਾ। ਟਰਾਂਸਪੋਰਟ ਆਫ ਫੂਡ ਫਲੋਮ ਕਰਕੇ ਹੁੰਦਾ ਹੈਗਾ, ਕਿਹਦੇ ਵਿੱਚ, ਪਲਾਂਟਸ ਦੇ ਵਿੱਚ। ਅੱਗੇ ਬੇਟਾ ਆਪਾਂ ਦੇਖਦੇ ਹਾਂ ਬਲੱਡ ਸੈੱਲ ਰਿਸਪੌਂਸੀਬਲ ਫॉर ਕਲੌਟਿੰਗ। ਕਲੌਟਿੰਗ ਲਈ ਕੌਣ ਰਿਸਪੌਂਸੀਬਲ ਆ, ਕਲੌਟ ਮਤਲਬ ਜੰਮਣ ਵਾਸਤੇ, ਖੂਨ ਦੇ ਜੰਮਣ ਵਾਸਤੇ ਪਲੇਟਲੈਟਸ। ਦੇਖੋ ਇਹਨੇ ਟਿਕ ਕੀਤਾ ਹੋਇਆ ਪਲੇਟਲੈਟਸ, ਡੀ ਆਪਸ਼ਨ। ਦ ਲੋਅਰ ਚੈਂਬਰ ਆਫ ਦਾ ਹਾਰਟ ਇਜ਼ ਕਾਲਡ ਵੈਂਟਰੀਕਲਸ। ਇਹ ਪੁੱਤ ਹੈ ਨਾ, ਲੋਅਰ ਚੈਂਬਰ ਨੂੰ 4 ਚੈਂਬਰ ਹੁੰਦੇ ਨੇ, ਠੀਕ ਹੈ, 2 ਲੋਅਰ 2 ਅੱਪਰ। ਜਿਹੜੇ ਲੋਅਰ ਚੈਂਬਰ ਨੇ ਉਹਨਾਂ ਨੂੰ ਵੈਂਟਰੀਕਲਸ ਕਹਿੰਦੇ ਨੇ, ਅੱਪਰ ਚੈਂਬਰਾਂ ਨੂੰ ਔਰੀਕਲਸ ਕਹਿੰਦੇ ਨੇ, ਠੀਕ ਹੈ ਜੀ। ਦ ਐਕਸਕ੍ਰੀਟਰੀ ਸਿਸਟਮ ਕੰਸਿਸਟ ਆਫ, ਕੀ ਕੀ ਹੁੰਦਾ ਐਕਸਕ੍ਰੀਟਰੀ ਸਿਸਟਮ 'ਚ, ਕਿਡਨੀਆਂ ਹੁੰਦੀਆਂ ਨੇ, ਠੀਕ ਹੈ ਜੀ। ਬਲੈਡਰ ਵੀ ਹੁੰਦਾ ਗਾ, ਹਾਂਜੀ। ਯੂਰੇਥਰਾ ਵੀ ਹੁੰਦਾ। ਡੀ ਇਜ਼ ਆਲ ਆਫ ਦੀਜ਼, ਤਾਂ ਆਂਸਰ ਇਜ਼ ਡੀ, ਆਲ ਆਫ ਦੀਜ਼। ਦ ਮਸਕੂਲਰ ਔਰਗਨ ਵਿਚ ਬੀਟਸ ਕੰਟੀਨਿਊਸਲੀ ਟੂ ਐਕਟ ਐਜ਼ ਅ ਪੰਪ। ਹਾਂਜੀ, ਕਹਿੰਦਾ ਕਿਹੜਾ ਔਰਗਨ ਆ ਜਿਹੜਾ ਲਗਾਤਾਰ ਕੀ ਕਰਦਾ, ਧੜਕਦਾ ਹੈਗਾ ਇਹ ਬਲੱਡ ਨੂੰ ਪੰਪ ਕਰਨ ਲਈ, ਹਾਰਟ, ਦਿਲ ਹੈਗਾ ਇਹ। ਬਲੱਡ ਕੰਟੇਨਸ, ਬਲੱਡ ਦੇ ਵਿੱਚ ਕੀ ਹੁੰਦਾ, ਪਲਾਜ਼ਮਾ, ਹਾਂਜੀ ਹੁੰਦਾ ਪਲਾਜ਼ਮਾ। WBC ਵਾਈਟ ਬਲੱਡ ਸੈੱਲ ਹੁੰਦੇ ਨੇ, ਹਾਂਜੀ, ਜਿਹੜੇ ਬਿਮਾਰੀਆਂ ਨਾਲ ਲੜਦੇ ਨੇ। RBC ਰੈੱਡ ਬਲੱਡ ਸੈੱਲ ਵੀ ਹੁੰਦੇ ਨੇ, ਜਿਹੜੇ ਕੀ ਕਰਦੇ ਨੇ, ਆਕਸੀਜਨ ਕੈਰੀ ਕਰਦੇ ਨੇ। ਇਹ ਤਿੰਨੇ ਚੀਜ਼ਾਂ ਹੁੰਦੀਆਂ ਨੇ, ਤਾਂ ਇਹਦਾ ਵੀ ਆਂਸਰ ਕੀ ਆ, ਡੀ, ਆਲ ਆਫ ਦੀਜ਼। ਵਾਈ ਬਲੱਡ ਇਜ਼ ਰੈੱਡ ਇਨ ਕਲਰ ਡਿਊ ਟੂ ਹੀਮੋਗਲੋਬਿਨ। ਠੀਕ ਹੈ, ਲਾਲ ਰੰਗ ਕਿਹਦੇ ਕਰਕੇ ਹੁੰਦਾ, ਹੀਮੋਗਲੋਬਿਨ ਕਰਕੇ ਹੁੰਦਾ, ਜਿਹੜਾ RBC ਦੇ ਉੱਤੇ ਲੱਗਿਆ ਹੁੰਦਾ, ਪ੍ਰੋਟੀਨ ਹੁੰਦਾ ਹੈ ਇੱਕ। ਡਿਫਾਈਨ ਟਰਾਂਸਲੋਕੇਸ਼ਨ। ਟਰਾਂਸਲੋਕੇਸ਼ਨ ਕੀ ਆ ਪੁੱਤ, ਟਰਾਂਸਲੋਕੇਸ਼ਨ ਹੈਗੀ ਆ ਪਲਾਂਟਸ ਦੇ ਵਿੱਚ ਹੁੰਦੀ ਆ, ਫੂਡ ਦਾ ਪੱਤਿਆਂ ਤੋਂ, ਫੂਡ ਦਾ ਪੱਤਿਆਂ ਤੋਂ ਕੀ ਹੋ ਜਾਣਾ, ਪੂਰੇ ਪਲਾਂਟ ਦੇ ਵਿੱਚ ਫੈਲ ਜਾਣਾ, ਇਸ ਕਾਲਡ ਟਰਾਂਸਲੋਕੇਸ਼ਨ। ਟਰਾਂਸਲੋਕੇਸ਼ਨ ਆਫ ਫੂਡ ਮਟੀਰੀਅਲ ਫਰੋਮ ਲੀਵਸ ਟੂ ਦ ਅਦਰ ਪਾਰਟਸ ਆਫ ਪਲਾਂਟ ਇਜ਼ ਕਾਲਡ ਟਰਾਂਸਲੋਕੇਸ਼ਨ, ਠੀਕ ਹੈ। ਵਟ ਇਜ਼ ਡਾਇਲਾਈਸਿਸ। ਹਾਂਜੀ, ਡਾਇਲਾਈਸਿਸ ਕੀ ਆ, ਇਹ ਆਰਟੀਫਿਸ਼ੀਅਲ ਕਿਡਨੀ, ਠੀਕ ਹੈ। ਆਪਾਂ ਹਸਪਤਾਲ ਦੇ ਵਿੱਚ ਜਾ ਕੇ ਜਿਹੜੀ ਕਿਡਨੀ ਖਰਾਬ ਹੁੰਦੀ ਆ, ਉਹਦੇ 'ਤੇ ਫਿਰ ਉਹਦਾ ਬਲੱਡ ਸਾਫ਼ ਕਰਨ ਲਈ ਆਪਾਂ ਹਸਪਤਾਲ ਦੇ ਵਿੱਚ ਇੱਕ ਮਸ਼ੀਨ ਲਾਉਂਦੇ ਹਾਂ ਉਹਦੇ ਬੋਡੀ ਦੇ ਉੱਤੇ, ਉਹ ਇਜ਼ ਕਾਲਡ ਡਾਇਲਾਈਸਿਸ। ਉਹ ਪ੍ਰੋਸੈਸ ਨੂੰ ਡਾਇਲਾਈਸਿਸ ਕਹਿੰਦੇ ਨੇ। ਤਾਂ ਇਹਦਾ ਆਂਸਰ ਆ ਦ ਪ੍ਰੋਸੈਸ ਆਫ ਰਿਮੂਵਿੰਗ ਵੇਸਟ ਪ੍ਰੋਡਕਟ ਐਂਡ ਐਕਸੈਸ ਫਲੂਇਡਸ ਫਰੋਮ ਬਲੱਡ ਵਿਦ ਦ ਹੈਲਪ ਆਫ ਅ ਮਸ਼ੀਨ
ਇਜ਼ ਕਾਲਡ ਡਾਇਲਾਈਸਿਸ। ਠੀਕ ਹੈ, ਵੇਸਟ ਪ੍ਰੋਡਕਟਸ ਨੂੰ ਬੋਡੀ ਚੋਂ ਕੱਢਣ ਵਾਸਤੇ ਮਸ਼ੀਨ ਦੀ ਹੈਲਪ ਨਾਲ ਜਦੋਂ ਆਪਾਂ ਪ੍ਰੋਸੈਸ ਦਿੰਦੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਡਾਇਲਾਈਸਿਸ। ਅੱਗੇ ਬੇਟਾ ਸ਼ਾਰਟ ਆਨਸਰ ਟਾਈਪ ਕੁਐਸਚਨ, ਸਟੇਟ 3 ਫੰਕਸ਼ਨਸ ਆਫ ਬਲੱਡ। ਬਲੱਡ ਦੇ 3 ਫੰਕਸ਼ਨ ਲਿਖੋ। ਫੰਕਸ਼ਨ ਮਤਲਬ ਕੰਮ। ਇਹ ਮੈਂ ਤੁਹਾਨੂੰ ਲਿਖਾਈ ਹੋਏ ਨੇ। ਠੀਕ ਹੈ, ਆਪਾਂ ਤਾਂ ਬਹੁਤ ਜ਼ਿਆਦਾ ਲਿਖੇ ਹੋਏ ਨੇ, ਇਹਨਾਂ ਨੇ 3 ਬੋਲਿਆ। ਇਟ ਹੈਲਪਸ ਇਨ ਟਰਾਂਸਪੋਰਟ ਆਫ ਆਕਸੀਜਨ ਐਂਡ ਨਿਊਟਰੀਐਂਟਸ। ਠੀਕ ਹੈ, ਇਹ ਹੈਲਪ ਕਰਦਾ ਆਕਸੀਜਨ ਅਤੇ ਨਿਊਟਰੀਐਂਟ ਨੂੰ ਟਰਾਂਸਪੋਰਟ ਕਰਨ ਦੇ ਵਿੱਚ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾਣ ਦੇ ਵਿੱਚ। ਇਟ ਹੈਲਪਸ ਟੂ ਐਕਸਕ੍ਰੀਟ ਵੇਸਟੇਜ। ਠੀਕ ਹੈ, ਇਹ ਵੇਸਟ ਪ੍ਰੋਡਕਟ ਨੂੰ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਫਿਰ ਕਿਡਨੀ 'ਚ ਲੈ ਕੇ ਜਾਂਦਾ, ਜਿੱਥੋਂ ਉਹਨੂੰ ਬਾਹਰ ਕੱਢ ਦਿੰਦੇ ਨੇ। ਇਟ ਹੈਲਪਸ ਟੂ ਮੇਨਟੇਨ ਦਾ ਬੋਡੀ ਟੈਂਪਰੇਚਰ। ਠੀਕ ਹੈ, ਨਾਲ ਆਪਾਂ 2 ਹੋਰ ਲਿਖ ਸਕਦੇ ਹਾਂ। ਇਟ ਆਲਸੋ ਹੈਲਪਸ ਟੂ ਫਾਈਟ ਅਗੇਂਸਟ ਡਿਜ਼ੀਜ਼ਿਸ। ਠੀਕ ਹੈ, WBC ਡਿਜ਼ੀਜ਼ ਫਾਈਟ ਅਗੇਂਸਟ ਕਰਦੇ ਨੇ। ਠੀਕ ਹੈ, ਤਾਂ ਇੱਕ ਚੀਜ਼ ਇਹ ਵੀ ਲਿਖ ਸਕਦੇ ਹੋ ਤੁਸੀਂ। ਨੇਮ ਦਾ ਐਕਸਕ੍ਰੀਟਰੀ ਆਰਗਨ ਇਨ ਹਿਊਮਨ। ਹਿਊਮਨ ਦੇ ਵਿੱਚ ਐਕਸਕ੍ਰੀਟਰੀ ਆਰਗਨ ਮਤਲਬ ਇਹ ਸਾਫ਼ ਕਰਨ ਵਾਲੇ ਆਰਗਨ ਕਿਹੜੇ ਨੇ ਬਲੱਡ ਨੂੰ? 2 ਕਿਡਨੀ, ਕਹਿੰਦਾ 2 ਕਿਡਨੀਆਂ ਨੇਗੀਆਂ। 2 ਕੀ ਨੇ? ਯੂਰੇਟਰ ਨੇ, 2 ਪਾਈਪਸ ਨੇ ਜਿਹੜੀਆਂ ਕਿਡਨੀ 'ਚੋਂ ਨਿਕਲਦੀਆਂ ਨੇ। 1 ਬਲੈਡਰ ਆ। ਠੀਕ ਹੈ, ਜਿੱਥੇ ਉਹ ਯੂਰੇਟਰ ਕੀ ਹੁੰਦੇ ਨੇ ਆ ਕੇ ਮਿਲਦੇ ਨੇਗੇ। ਠੀਕ ਹੈ, ਬਲੈਡਰ। ਤੇ 1 ਯੂਰੇਥਰਾ। ਯੂਰੇਥਰਾ ਕੀ? ਇੱਕ ਪਾਈਪ ਆ ਜਿਹਦੇ ਦੁਆਰਾ ਯੂਰੀਨਰੀ ਬਲੈਡਰ ਦੇ ਵਿੱਚੋਂ ਕੀ ਨਿਕਲਦਾ ਬਾਹਰ? ਆਪਣਾ ਯੂਰਿਨ ਬਾਹਰ ਨਿਕਲਦਾ, ਪਿਸ਼ਾਬ ਬਾਹਰ ਨਿਕਲਦਾ ਬੇਟਾ। ਵਾਈ ਡੂ ਵੇਨਸ ਹੈਵ ਵਾਲਵਸ? ਹਾਂਜੀ, ਵੇਨ ਦੀਆਂ ਵਾਲਵਸ ਕਿਉਂ ਹੁੰਦੀਆਂ ਨੇ? ਮੈਂ ਤੁਹਾਨੂੰ ਦੱਸਿਆ ਸੀ, ਟੂ ਸਟਾਪ ਦਾ ਬੈਕ ਫਲੋ ਆਫ ਦਾ ਬਲੱਡ। ਠੀਕ ਹੈ, ਵਾਲਵਸ ਅਲਾਉ ਬਲੱਡ ਟੂ ਫਲੋ ਓਨਲੀ ਟੂਵਾਰਡਸ ਦਾ ਹਾਰਟ ਐਂਡ ਪ੍ਰੀਵੈਂਟ ਮਤਲਬ ਹੁੰਦਾ ਰੋਕਣਾ, ਬਲੱਡ ਫਰੋਮ ਫਲੋਇੰਗ ਬੈਕ। ਠੀਕ ਹੈ, ਪਿੱਛੇ ਨੂੰ ਨਹੀਂ ਫਲੋ ਕਰਨ ਦਿੰਦਾ ਬਲੱਡ ਨੂੰ ਇਹ। ਨੈਕਸਟ ਬੇਟਾ ਲੌਂਗ ਆਨਸਰ ਟਾਈਪ ਕੁਐਸਚਨ, ਰੈੱਡ ਬਲੱਡ ਸੈਲਸ। ਹਾਂਜੀ, ਰਾਈਟ ਦਾ ਐਕਸਪਲੇਨ ਦਾ ਕੰਪੋਨੈਂਟਸ ਆਫ ਬਲੱਡ। ਹਾਂਜੀ, ਕਹਿੰਦਾ ਲਿਖੋ ਕੀ ਕੀ ਲਿਖੋ? ਕੰਪੋਨੈਂਟ ਆਫ ਬਲੱਡ। ਕੰਪੋਨੈਂਟ ਆਫ ਬਲੱਡ ਕਿਹੜੇ ਕਿਹੜੇ ਨੇ? RBC ਨੇ, WBC ਨੇ, ਪਲੇਟਲੈਟਸ ਨੇ ਤੇ ਪਲਾਜ਼ਮਾ ਨੇ। ਇਹ ਆਪਾਂ ਲਿਖਿਆ ਹੋਇਆ, ਮੈਂ ਨੋਟਸ ਜਿਹੜੇ ਤੁਹਾਨੂੰ ਬਣਵਾਏ ਸੀ ਸਭ ਤੋਂ ਪਹਿਲੇ ਲੈਕਚਰ ਦੇ ਵਿੱਚ, ਉਹ ਸਾਰਾ ਕੁਝ ਇਹੀ ਆ। RBC ਆ। ਠੀਕ ਹੈ ਜੀ, RBC ਕੀ ਹੁੰਦੇ ਨੇ? ਇਟ ਕੰਟੇਨ ਹੀਮੋਗਲੋਬਿਨ। ਠੀਕ ਹੈ, ਵਿਚ ਹੈਲਪ ਇਨ ਟਰਾਂਸਪੋਰਟੇਸ਼ਨ ਆਫ ਆਕਸੀਜਨ ਐਂਡ ਕਾਰਬਨ ਡਾਈਆਕਸਾਈਡ। WBC ਕੀ ਕਰਦੇ ਨੇ ਪੁੱਤ? WBC ਆਰ ਕਲਰਲੈਸ। ਠੀਕ ਹੈ, ਦੇ ਫਾਈਟ ਅਗੇਂਸਟ ਜਰਮਸ। ਠੀਕ ਹੈ, RBC ਹੁੰਦੇ ਨੇ ਪੁੱਤ ਡਿਸਕ ਸ਼ੇਪ ਹੁੰਦੇ ਨੇ। WBC ਕਿਸੇ ਸ਼ੇਪ ਦੀ ਨਹੀਂ ਹੁੰਦੇ, ਇਰੈਗੂਲਰ ਇਨ ਸ਼ੇਪ ਹੁੰਦੇ ਨੇ। ਠੀਕ ਹੈ, ਨੈਕਸਟ ਪਲੇਟਲੈਟਸ ਆਰ ਦਾ ਸਮਾਲੈਸਟ ਸੈੱਲ, ਦੇ ਹੈਲਪ ਇਨ ਕਲੌਟਿੰਗ। ਇਹ ਕੀ ਕਰਦੇ ਨੇ? ਕਲੌਟਿੰਗ 'ਚ ਹੈਲਪ ਕਰਦੇ ਨੇ, ਬਲੱਡ ਕਲੌਟਿੰਗ ਡਿਊਰਿੰਗ ਇੰਜਰੀ। ਜੇ ਕਿਤੇ ਇੰਜਰੀ ਹੋ ਜਾਏ ਤਾਂ ਉੱਥੇ ਜਿਹੜਾ ਖੂਨ ਜੰਮਦਾ ਉਹ ਪਲੇਟਲੈਟਸ ਕਰਕੇ ਜੰਮਦਾ। ਦੈਨ ਪਲਾਜ਼ਮਾ ਇਟ ਇਜ਼ ਦਾ ਲਿਕੁਇਡ ਪਾਰਟ ਆਫ ਬੋਡੀ ਬਲੱਡ ਵਿਚ ਯੈਲੋਇਸ਼ ਇਨ ਕਲਰ। ਇਟ ਇਜ਼ ਮੇਜਰ ਕੰਪੋਨੈਂਟ ਇਜ਼ ਵਾਟਰ। ਠੀਕ ਹੈ, ਇਹ ਉਹਨੂੰ ਤਰਲ ਬਣਾਉਂਦਾ ਆਪਣੇ ਬਲੱਡ ਨੂੰ। ਠੀਕ ਹੈ, ਬਲੱਡ ਨੂੰ ਲਿਕੁਇਡ ਫਾਰਮ 'ਚ ਕੌਣ ਦਿੰਦਾ? ਪਲਾਜ਼ਮਾ ਦਿੰਦਾ। ਇਹ ਕੀ ਹੁੰਦਾ? ਇਹ ਲਿਕੁਇਡ ਪਾਰਟ ਹੁੰਦਾ ਬਲੱਡ ਦਾ। ਨੈਕਸਟ ਬੇਟਾ ਡਿਸਕ੍ਰਾਈਬ ਦਾ ਫੰਕਸ਼ਨ ਆਫ ਹਾਰਟ ਦਾ ਫੰਕਸ਼ਨ ਡਿਸਕ੍ਰਾਈਬ ਕਰੋ। ਕੀ ਕਰਦਾ ਪੁੱਤ? ਇਹ ਬੇਸਿਕਲੀ ਇਹ ਪੰਪ ਕਰਦਾ ਹਾਰਟ। ਠੀਕ ਹੈ, ਕਿਹਨੂੰ ਪੰਪ ਕਰਦਾ? ਬਲੱਡ ਨੂੰ। ਕਿ ਠੀਕ ਹੈ, ਪਹਿਲਾਂ ਇਹ ਕੀ ਕਰਦਾ? ਆਕਸੀਜਨੇਟਡ ਬਲੱਡ ਪੂਰੇ ਸਰੀਰ 'ਚ ਚਲਾ ਜਾਂਦਾ। ਠੀਕ ਹੈ, ਉਦੋਂ ਬਾਅਦ ਉਹ ਕਾਰਬਨ ਡਾਈਆਕਸਾਈਡ ਵਾਲਾ ਬਲੱਡ ਹੁੰਦਾ, ਉਹ ਫਿਰ ਹਾਰਟ 'ਚ ਆ ਜਾਂਦਾ। ਹਾਰਟ ਤੋਂ ਬਾਅਦ ਫਿਰ ਉਹ ਕੀ ਕਰਦਾ? ਫਿਰ ਉਹ ਫੇਫੜਿਆਂ 'ਚ ਚਲਾ ਜਾਂਦਾ ਕਾਰਬਨ ਡਾਈਆਕਸਾਈਡ ਵਾਲਾ। ਉੱਥੋਂ ਆਕਸੀਜਨ ਲੈ ਕੇ ਉਹ ਫਿਰ ਹਾਰਟ 'ਚ ਆ ਜਾਂਦਾ। ਹਾਰਟ 'ਚ ਆ ਗਿਆ, ਫਿਰ ਉਹ ਪੂਰੀ ਬੋਡੀ 'ਚ ਚਲਾ ਗਿਆ। ਐਂ ਪੁੱਤੇ ਚੱਕਰ ਬਣਾਈ ਰੱਖਦਾ। ਠੀਕ ਹੈ, ਤਾਂ ਕਹਿੰਦਾ ਹਾਰਟ ਪੰਪਸ ਦਾ ਬਲੱਡ ਇਨ ਬੋਡੀ। ਹਾਰਟ ਰਿਸੀਵ ਆਕਸੀਜਨ ਰਿਚ ਬਲੱਡ ਫਰੋਮ ਲੰਗਸ ਇਨ ਦਾ ਲੈਫਟ ਔਰੀਕਲ। ਠੀਕ ਹੈ, ਲੈਫਟ ਔਰੀਕਲ ਦੇ ਵਿੱਚ ਕਹਿੰਦਾ ਆਕਸੀਜਨ ਰਿਚ ਬਲੱਡ ਆਉਂਦਾ ਗਾ। ਕਿੱਥੋਂ ਆਉਂਦਾ? ਲੰਗਸ ਤੋਂ ਆਉਂਦਾ। ਦੈਨ ਦਾ ਲੈਫਟ ਔਰੀਕਲ ਕੰਟਰੈਕਟਸ ਐਂਡ ਬਲੱਡ ਐਂਟਰਸ ਦਾ ਲੈਫਟ ਵੈਂਟਰੀਕਲ। ਫਿਰ ਕਹਿੰਦਾ ਲੈਫਟ ਔਰੀਕਲ ਕੀ ਹੋ ਜਾਂਦਾ? ਕੰਟਰੈਕਟ ਹੋ ਜਾਂਦਾ, ਪਿਚਕ ਜਾਂਦਾ। ਫਿਰ ਉਹ ਲੈਫਟ ਵੈਂਟਰੀਕਲ ਦੇ ਵਿੱਚ ਆ ਜਾਂਦਾ, ਜਿਹੜਾ ਬਲੱਡ ਹੁੰਦਾ ਆਕਸੀਜਨ ਵਾਲਾ। ਵੈਨ ਦਾ ਲੈਫਟ ਵੈਂਟਰੀਕਲ ਕੰਟਰੈਕਟ ਦਾ ਬਲੱਡ ਪੰਪਡ ਆਊਟ ਆਫ ਦਾ ਹਾਰਟ। ਇੱਥੇ ਹਾਰਟ ਆਊਗਾ। ਠੀਕ ਹੈ, ਆਊਟ ਟੂ ਦਾ ਬੋਡੀ। ਇਹ ਵੀ ਠੀਕ ਲਿਖਿਆ ਇਹਨਾਂ ਨੇ। ਕਹਿੰਦਾ ਜਦੋਂ ਫਿਰ ਲੈਫਟ ਵੈਂਟਰੀਕਲ ਪਿਚਕ ਜਾਂਦਾ ਗਾ, ਉਦੋਂ ਸਾਰਾ ਬਲੱਡ ਕਿੱਥੇ ਚਲਾ ਜਾਂਦਾ? ਉਹ ਪੂਰੀ ਬੋਡੀ ਦੇ ਵਿੱਚ ਚਲਾ ਜਾਂਦਾ। ਕਿਹੜਾ ਬਲੱਡ ਗਿਆ? ਆਕਸੀਜਨੇਟਡ। ਹੁਣ ਕੀ ਆ? ਫਿਰ ਕਹਿੰਦਾ ਜਦੋਂ ਆਕਸੀਜਨੇਟਡ ਬਲੱਡ ਸੈੱਲ ਕੋਲ ਪਹੁੰਚ ਗਿਆ ਸੈੱਲ ਕੋਲ, ਉੱਥੋਂ ਉਹ ਕਾਰਬਨ ਡਾਈਆਕਸਾਈਡ ਲੈ ਲੈਂਦਾ। ਹੁਣ ਡੀਆਕਸੀਜਨੇਟਡ ਬਲੱਡ ਫਰੋਮ ਦਾ ਬੋਡੀ ਕਮਸ ਟੂ ਦਾ ਰਾਈਟ ਔਰੀਕਲ। ਹਾਂਜੀ, ਕਾਰਬਨ ਡਾਈਆਕਸਾਈਡ ਵਾਲਾ ਬਲੱਡ ਕਿੱਥੇ ਆਉਂਦਾ? ਰਾਈਟ ਹਾਫ ਦੇ ਵਿੱਚ ਆਉਂਦਾ, ਤਾਂ ਰਾਈਟ ਔਰੀਕਲ ਦੇ ਵਿੱਚ ਆਉਂਦਾ ਪਹਿਲਾਂ। ਠੀਕ ਹੈ, ਤਾਂ ਫਿਰ ਰਾਈਟ ਔਰੀਕਲ ਕੰਟਰੈਕਟ ਕਰਦਾ ਹੈਗਾ, ਤਾਂ ਉਹ ਬਲੱਡ ਕਿੱਥੇ ਚਲਾ ਜਾਂਦਾ? ਰਾਈਟ ਵੈਂਟਰੀਕਲ ਦੇ ਵਿੱਚ ਚਲਾ ਜਾਂਦਾ। ਫਿਰ ਰਾਈਟ ਵੈਂਟਰੀਕਲ ਪੰਪ ਕਰਦਾ। ਠੀਕ ਹੈ, ਤਾਂ ਇਹ ਬਲੱਡ ਕਿੱਥੇ ਚਲਾ ਜਾਂਦਾ? ਇਹ ਬਲੱਡ ਲੰਗਸ 'ਚ ਚਲਾ ਜਾਂਦਾ ਗਾ। ਕੀ ਲੈਣ? ਆਕਸੀਜਨ ਨੂੰ ਲੈਣ, ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣ। ਠੀਕ ਹੈ ਜੀ, ਤਾਂ ਇਹ ਸਾਰਾ ਪ੍ਰੋਸੈਸ ਚੱਲਦਾ ਰਹਿੰਦਾ। ਤੇ ਹਾਰਟ ਹੈਜ਼ ਵਾਲਵਸ ਵਿਚ ਪ੍ਰੀਵੈਂਟ ਬਲੱਡ ਫਰੋਮ ਫਲੋਇੰਗ ਬੈਕ। ਇਹ ਆਪਾਂ ਕੀਤਾ ਹੋਇਆ ਹਾਰਟ ਦਾ, ਜਿਹੜਾ ਮੈਂ ਤੁਹਾਨੂੰ ਚੀਜ਼ ਸਮਝਾਈ ਸੀ ਸਾਰੀ। ਡਰਾ ਦਾ ਲੇਵਲ ਡਾਇਗਰਾਮ ਹੈ ਐਕਸਕ੍ਰੀਟਰੀ ਸਿਸਟਮ ਦਾ। ਆ ਐਕਸਕ੍ਰੀਟਰੀ ਸਿਸਟਮ ਦਾ ਡਾਇਗਰਾਮ ਆ। 2 ਕਿਡਨੀਆਂ ਆ ਗਈਆਂ, 2 ਯੂਰੇਟਰ ਆ ਗਏ, ਯੂਰੀਨਰੀ ਬਲੈਡਰ ਆ ਗਿਆ ਤੇ ਯੂਰੇਥਰਾ ਆ ਗਿਆ ਬੇਟਾ। ਦੈਨ ਡਿਫਰੈਂਸ਼ੀਏਟ ਬਿਟਵੀਨ ਆਰਟਰੀਜ਼ ਐਂਡ ਵੇਨਸ। ਇਹ ਆਪਾਂ ਤਿੰਨਾਂ 'ਚ ਕਰ ਸਕਦੇ ਹਾਂ, ਆਰਟਰੀ, ਵੇਨ ਤੇ ਕੈਪਿਲਰੀਜ਼ ਦੇ ਵਿੱਚ। ਠੀਕ ਹੈ, ਇਹ ਆਪਾਂ ਨੂੰ ਪਤਾ ਵੀ ਆਰਟਰੀਜ਼ ਐਕਸੈਪਟ ਦਾ ਪੋਲਮਨਰੀ ਆਰਟਰੀ, ਆਲ ਆਰਟਰੀ ਕੈਰੀ ਆਕਸੀਜਨ ਰਿਚ ਬਲੱਡ। ਠੀਕ ਹੈ, ਉਹਦੇ ਵਿੱਚ ਵੇਨਸ ਦੇ ਵਿੱਚ ਐਕਸੈਪਟ ਦਾ ਪੋਲਮਨਰੀ ਵੇਨ, ਆਲ ਵੇਨ ਕੈਰੀ ਕਾਰਬਨ ਡਾਈਆਕਸਾਈਡ ਰਿਚ ਬਲੱਡ। ਠੀਕ ਹੈ ਜੀ, ਆਰਟਰੀਜ਼ ਦੇ ਵਿੱਚ ਦੇ ਹੈਵ ਥਿਕ ਵਾਲ, ਵੇਨਸ ਦੀਆਂ ਦੇ ਹੈਵ ਥਿਨ ਵਾਲਸ।
ਦੇ ਡੂ ਨਾਟ ਹੈਵ ਵਾਲਵਸ, ਆਰਟਰੀਜ਼ ਦੇ ਵਿੱਚ, ਵੇਨਸ ਦੇ ਵਿੱਚ ਦੇ ਹੈਵ ਵਾਲਵਸ। ਦੈਨ ਆਰਟਰੀਜ਼ ਦੇ ਵਿੱਚ ਵੀ ਕੈਨ ਫੀਲ ਪਲਸ ਇਨ ਆਰਟਰੀਜ਼, ਆਪਾਂ ਪਲਸ ਫੀਲ ਕਰਦੇ ਹਾਂ ਆਰਟਰੀ ਦੇ ਵਿੱਚ, ਵੇਨ ਦੇ ਵਿੱਚ ਕੋਈ ਪਲਸ ਨਹੀਂ ਫੀਲ ਹੁੰਦੀ ਪੁੱਤ। ਉਦੋਂ ਬਾਅਦ ਪੁੱਤ ਕੀ ਆ, ਦੇ ਆਰ ਪ੍ਰੈਜੈਂਟ ਐਟ ਦਾ ਡੈਫਟ ਅੰਡਰ ਸਕਿਨ, ਜਿਹੜੀਆਂ ਆਰਟਰੀ ਨੇ ਉਹ ਥੋੜ੍ਹੀਆਂ ਨੀਚੇ ਹੁੰਦੀਆਂ ਨੇ, ਠੀਕ ਆ, ਉਹ ਉੱਪਰ ਨਹੀਂ ਦਿੰਦੀਆਂ, ਅਤੇ ਜਿਹੜੀਆਂ ਵੇਨਸ ਹੁੰਦੀਆਂ ਨੇ ਉਹ ਉੱਪਰ ਹੁੰਦੀਆਂ ਨੇ, ਜਿਹੜੀਆਂ ਤੁਹਾਨੂੰ ਹਰੀਆਂ ਹਰੀਆਂ ਜਿਹੀਆਂ ਦਿੰਦੀਆਂ ਨੇ ਨਾ, ਜਾਂ ਆਪਦੀ ਸਕਿਨ 'ਤੇ ਜਿਹੜੀਆਂ ਵੀ ਪਾਈਪਸ ਦਿੰਦੀਆਂ ਨੇ ਤੁਹਾਨੂੰ, ਉਹ ਕੀ ਨੇ, ਵੇਨਸ ਨੇਗੀਆਂ ਉਹ ਬੇਟਾ। ਉਦੋਂ ਬਾਅਦ ਬੇਟਾ ਐਕਸਪਲੇਨ ਦਾ ਟਰਾਂਸਪੋਰਟੇਸ਼ਨ ਆਫ ਸਬਸਟਾਂਸ ਇਨ ਪਲਾਂਟਸ, ਟਰਾਂਸਪੋਰਟੇਸ਼ਨ ਆਫ ਵਾਟਰ, ਵਾਟਰ ਕਿਹਦੇ ਥਰੂ ਹੁੰਦਾ, ਜ਼ਾਈਲਮ ਵੈਸਲ ਦੇ ਥਰੂ ਹੁੰਦਾ, ਠੀਕ ਹੈ ਜੀ। ਟਰਾਂਸਪੋਰਟੇਸ਼ਨ ਆਫ ਫੂਡ, ਫੂਡ ਕਿਹਦੇ ਥਰੂ ਹੁੰਦਾ, ਫਲੋਮ ਦੇ ਥਰੂ ਹੁੰਦਾ ਗਾ, ਠੀਕ ਹੈ। ਉਦੋਂ ਬਾਅਦ ਆਸਮੋਸਿਸ ਆ, ਰੂਟ ਜੜ੍ਹਾਂ 'ਚੋਂ ਪਾਣੀ ਤਣੇ ਤੱਕ ਕਿਵੇਂ ਜਾਂਦਾ, ਬਾਏ ਦਾ ਪ੍ਰੋਸੈਸ ਆਫ ਆਸਮੋਸਿਸ। ਤਾਂ ਇਹ 'ਚ ਬੇਟਾ ਤੁਸੀਂ ਕੀ ਕਰਨਾ, ਇਹ 'ਚ ਤੁਸੀਂ ਫਿਲ ਇਨ ਦਾ ਬਲੈਂਕਸ, ਟਰੂ ਫਾਲਸ ਅਤੇ ਮੈਚ ਦਾ ਕਾਲਮ ਐਂਡ ਮਲਟੀਪਲ ਚੋਇਸ ਕੁਐਸਚਨ, ਮਤਲਬ ਐਕਸਰਸਾਈਜ਼ 4 ਤੱਕ ਤੁਸੀਂ ਬੁੱਕ 'ਤੇ ਕਰ ਲੈਣਾ, ਐਕਸਰਸਾਈਜ਼ 5th 6th 7th ਇਹ ਕੀ 'ਤੇ ਕਰਨੀ ਆ, ਨੋਟਬੁੱਕ 'ਤੇ ਕਰਨੀ ਆ। ਤਾਂ ਇਹਦੇ ਨਾਲ ਹੀ ਬੇਟਾ ਆਪਣਾ ਇਹ ਚੈਪਟਰ ਖਤਮ ਹੁੰਦਾ ਗਾ। ਅਤੇ ਮੈਂ ਨਾ ਤੁਹਾਨੂੰ ਇਹ ਪੂਰਾ ਇਹਦੇ ਸਾਰੇ ਇਹ ਜਿਹੜੇ ਨੋਟਸ ਨੇ ਨਾ, ਇਹ ਪੂਰੇ ਤੁਹਾਡੇ ਫਸਟ ਚੈਪਟਰ ਤੋਂ ਨੋਟਸ ਨੇਗੇ, ਇਹ ਸਾਰੇ ਸੈਂਡ ਕਰ ਦੂੰਗਾ, ਠੀਕ ਹੈ। ਤਾਂ ਉਹ ਵੀ ਤੁਸੀਂ ਦੇਖ ਲਿਓ ਵੀ ਜੇ ਤੁਹਾਡਾ ਕੁਛ ਰਹਿ ਗਿਆ, ਤੁਸੀਂ ਨਹੀਂ ਕੀਤਾ ਕਾਪੀ 'ਤੇ ਜਾਂ ਬੁੱਕ 'ਤੇ, ਤਾਂ ਤੁਹਾਨੂੰ ਇਹ ਪੂਰੇ ਚੈਪਟਰ ਦੇ ਸਾਰਿਆਂ ਦੇ ਨੋਟਸ, ਚੈਪਟਰ 1 ਤੋਂ ਲੈ ਕੇ ਚੈਪਟਰ 4 ਜਿਹੜੇ ਮੈਂ ਤੁਹਾਨੂੰ ਹੁਣ ਤੱਕ ਕਰਾਏ ਨੇ ਉਹਨਾਂ ਦੇ ਨੋਟਸ ਨੇ। ਇੱਕ ਚੈਪਟਰ ਬਹੁਤ ਆਪਣਾ ਪੈਂਡਿੰਗ ਆ, ਅਤੇ ਉਹ ਆਪਾਂ ਬਸ ਆਉਣ ਵਾਲੇ 3 ਦਿਨਾਂ 'ਚ ਕਰ ਦਾਂਗੇ, ਠੀਕ ਹੈ ਜੀ। ਉਦੋਂ ਬਾਅਦ ਆਪਣਾ ਸਿਲੇਬਸ ਪੂਰਾ ਹੋ ਜੂ। 10 ਦਿਨ ਬਾਅਦ ਤੁਹਾਡੇ ਪੇਪਰ ਨੇ 25 ਤਰੀਕ ਤੋਂ, ਠੀਕ ਹੈ ਜੀ। ਆਪਦੀ ਪੂਰੀ ਤਿਆਰੀ ਰੱਖੋ ਪੁੱਤ। MCQ ਮੈਂ ਤੁਹਾਨੂੰ ਸੈਂਡ ਕਰੀ ਜਾਊਂਗਾ, ਬਸ ਉਹ ਇੱਕ ਵਾਰ ਕਰੀ ਜਾਇਓ ਸਾਰੇ, ਕਿਉਂਕਿ ਤੁਹਾਨੂੰ ਜ਼ਿਆਦਾਤਰ ਪੇਪਰ MCQ ਦਾ ਹੀ ਆਉਣਾ। ਇਹੋ ਜਿਹਾ ਜਿਵੇਂ ਆਪਾਂ ਕਹਿ ਦਈਏ ਵੀ 4 ਆਪਸ਼ਨ ਦਿੱਤੇ ਹੋਣਗੇ, ਠੀਕ ਹੈ, ਉਹਨਾਂ 'ਚੋਂ ਇੱਕ ਟਿਕ ਲਾਉਣਾ ਤੁਸੀਂ, ਬਸ ਉਹ ਤੁਹਾਡਾ ਔਨਲਾਈਨ ਹੀ ਆ ਜਾਊਗਾ, ਔਨਲਾਈਨ ਹੀ ਤੁਸੀਂ ਉਹ ਕਰ ਦੇਣਾ। ਥੈਂਕ ਯੂ ਬੇਟਾ।